ਵੈਲਕਮ ਟੂ ਬਾਇਓਲੋਜੀ ਕਲਾਸ। ਸੋ ਸਟੂਡੈਂਟਸ, ਲਾਸਟ ਲੈਕਚਰ ਦੇ ਵਿੱਚ ਅਸੀਂ ਗੱਲ ਕੀਤੀ ਸੀ 1961 ਦੇ ਵਿੱਚ ਸਿਮਸਨ ਜੋ ਸਾਇੰਟਿਸਟ ਹੋਇਆ ਉਹਨੇ ਡੈਫੀਨੇਸ਼ਨ ਦਿੱਤੀ ਸੀ ਕਿ ਜੋ ਸਿਸਟਮੈਟਿਕ ਹੈ ਉਹ ਕੀ ਹੈ, ਸਟੱਡੀ ਹੈਡ ਡਾਇਵਰਸਿਟੀ ਆਫ ਆਰਗੈਨਿਜ਼ਮਸ ਸੀ। ਮੀਨਸ ਅਕੋਰਡਿੰਗ ਟੂ ਉਹ ਦੇਖਦਾ ਵਾ ਕਿ ਉਹਨਾਂ ਦੀ ਅਨਾਟਮੀ ਕਿੱਦਾਂ ਦੀ ਲਿਵਿੰਗ ਆਰਗੈਨਿਜ਼ਮ ਸੀ, ਫਿਜ਼ੀਓਲੋਜੀ ਕਿੱਦਾਂ ਦੀ ਆ, ਬਾਇਓਕੈਮਿਸਟਰੀ ਕਿੱਦਾਂ ਦੀ ਆ, ਇਕੋਲੋਜੀ, ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਮਤਲਬ ਕਿ ਇਹਨਾਂ ਨੂੰ ਜਿਹੜਾ ਇਹਨਾਂ ਦਾ ਕੰਪੈਰੀਜ਼ਨ ਕਰਦਾ ਵਾ। ਦੈਨ ਉਹ ਕੀ ਕਰਦਾ, ਡਾਇਵਰਸਿਟੀ ਆਫ ਆਰਗੈਨਿਜ਼ਮਸ ਦੇ ਅਕੋਰਡਿੰਗ ਕੀ ਆ ਉਹਨੂੰ ਇੱਕ ਸੀਰੀਅਲ ਆਰਡਰ ਦੇ ਵਿੱਚ ਲਗਾ ਦਿੰਦੇ ਨੇ। ਉਹਨਾਂ ਦੀ ਸਟੱਡੀ ਨੂੰ ਸਾਰਿਆਂ ਨੂੰ ਕੀ ਬੋਲਦੇ ਨੇ, ਸਿਸਟਮੈਟਿਕਸ ਕਿਹਾ ਜਾਂਦਾ ਹੈ। ਸਿਸਟਮੈਟਿਕ ਜੋ ਸ਼ਬਦ ਹੈ ਐਂਡ ਟੈਕਸੋਨਮੀ ਦੋਨੇ ਹੀ ਇੱਕ ਸੇਮ ਜੇ ਮਤਲਬ ਇਹਨਾਂ ਦਾ ਮੀਨਿੰਗ ਹੈਗਾ ਵਾ। ਇਹ ਦੋਨੇ ਕੀ ਨੇ, ਇੰਟਰਚੇਂਜੇਬਲ ਨੇ। ਮੀਨਸ ਇਹਨਾਂ ਨੂੰ ਦੋਨਾਂ ਨੂੰ ਹੀ ਇੱਕ ਦੂਸਰੇ ਦੀ ਜਗ੍ਹਾ 'ਤੇ ਰੱਖਿਆ ਜਾਂਦਾ ਹੈ ਬਿਕੋਜ਼ ਆਫ ਜਿਹੜੀਆਂ ਇਹਨਾਂ ਦੀਆਂ ਪ੍ਰੋਪਰਟੀਜ਼ ਨੇ ਉਹ ਕੀ ਨੇ, ਆਲਮੋਸਟਲੀ ਸੇਮ ਨੇ। ਸੋ ਸਟੂਡੈਂਟਸ, ਅੱਗੇ ਅਸੀਂ ਦੇਖਦੇ ਹਾਂ ਸਿਸਟਮੈਟਿਕਸ ਕੀ ਆ। ਸਿਸਟਮੈਟਿਕ ਦੇ ਅੰਡਰ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਲਾਸਟ ਲੈਕਚਰ ਦੇ ਵਿੱਚ ਕਿ ਆਈਡੈਂਟੀਫਿਕੇਸ਼ਨ ਹੋਏਗੀ। ਸਭ ਤੋਂ ਪਹਿਲਾਂ ਅਗਰ ਸਾਨੂੰ ਕੋਈ ਆਰਗੈਨਿਜ਼ਮ ਮਿਲਦਾ, ਚਾਹੇ ਉਹ ਪਲਾਂਟ ਹੈ, ਚਾਹੇ ਐਨੀਮਲ ਹੈ, ਚਾਹੇ ਉਹ ਮਾਈਕਰੋ ਆਰਗੈਨਿਜ਼ਮ ਹੈ। ਸੋ ਸਟੂਡੈਂਟਸ, ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਉਹਦੀ ਆਈਡੈਂਟੀਫਿਕੇਸ਼ਨ ਕਰਾਂਗੇ ਕਿ ਇਹਨਾਂ ਦੇ ਜਿਹੜੇ ਕਰੈਕਟਰਸ ਨੇ ਉਹ ਜਾਂ ਅਸੀਂ ਦੇਖਾਂਗੇ ਇਹਨਾਂ ਦੀ ਅਨਾਟਮੀ ਦੇਖਾਂਗੇ, ਫਿਜ਼ੋਲੋਜੀ ਦੇਖਾਂਗੇ ਐਂਡ ਫਿਰ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰਾਂਗੇ ਐਂਡ ਦੈਨ ਕਲਾਸੀਫਾਈ ਕਰਾਂਗੇ। ਕਲਾਸੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਉਹਨਾਂ ਦੀ ਕੀ ਕਰਾਂਗੇ, ਨੋਮਨੀਕਲੇਚਰ ਕਰਾਂਗੇ। ਸੋ ਸਟੂਡੈਂਟਸ, ਅਸੀਂ ਦੇਖਦੇ ਹਾਂ ਸਭ ਤੋਂ ਪਹਿਲਾਂ ਆਈਡੈਂਟੀਫਿਕੇਸ਼ਨ ਆ ਜਾਂਦੀ ਹੈ। ਆਈਡੈਂਟੀਫਿਕੇਸ਼ਨ ਕੀ ਹੈ? It aims at finding the correct name and appropriate position of an organism। ਇਹਦੇ ਵਿੱਚ ਕੀ ਦੇਖਿਆ ਜਾਂਦਾ, ਆਈਡੈਂਟੀਫਿਕੇਸ਼ਨ ਕਰਨ ਦਾ ਜਿਹੜਾ ਮੇਨ ਮਕਸਦ ਹੈ ਉਹ ਕੀ ਹੈ, ਕਰੈਕਟ ਨੇਮ ਫਾਈਂਡ ਆਊਟ ਕਰਨਾ ਅਤੇ ਉਹਦੀ ਆਰਗੈਨਿਜ਼ਮਸ ਦੀ ਪ੍ਰੋਪਰ ਜਿਹੜੀ ਹੈਗੀ ਆ ਪੋਜੀਸ਼ਨ ਦੇਖਣੀ ਕਿ ਆਰਗੈਨਿਜ਼ਮ ਕਿੱਥੇ ਲਾਈ ਕਰਦਾ ਵਾ। ਓਕੇ, the morphological and anatomical characters are examined for proper identification। ਹਾਂਜੀ ਸਟੂਡੈਂਟਸ, ਆਈਡੈਂਟੀਫਿਕੇਸ਼ਨ ਕਰਨ ਦੇ ਲਈ ਸਾਨੂੰ ਮਰਫੋਲੋਜੀਕਲ ਅਤੇ ਅਨਾਟਮੀਕਲ ਕਰੈਕਟਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਐਗਜ਼ਾਮ ਕਰਨਾ ਪੈਂਦਾ। ਮੀਨਸ ਅਸੀਂ ਮਰਫੋਲੋਜੀ ਜੋ ਸਾਨੂੰ ਬਾਹਰੋਂ ਕਿੱਦਾਂ ਦੇ ਨਜ਼ਰ ਆਉਂਦੇ ਨੇ ਆਰਗੈਨਿਜ਼ਮਸ, ਅਨਾਟਮੀਕਲੀ ਉਹਨਾਂ ਦਾ ਜਿਹੜਾ ਸੈਲੂਲਰ ਸਟਰਕਚਰ ਹੈ ਉਹ ਕਿੱਦਾਂ ਦੀ ਹੈ। ਨੈਕਸਟ ਵਨ ਇਜ਼ ਦਾ ਕਲਾਸੀਫਿਕੇਸ਼ਨ। ਸੋ ਸਟੂਡੈਂਟਸ, ਕਲਾਸੀਫਿਕੇਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ, it is almost impossible to study all the living organisms, so it is necessary to devise some means to make this possible। This can be done by classifying the organism। हाँ जी स्टूडेंट, जी स्टडी है लिविंग ऑर्गेनिजम्स की ऑलमोस्टली एक ही है, impossible ही है, बट इनू पॉसीबल करने ਦੇ ਲਈ ਕੀ ਹੈ, ਸਮ ਮੈਥਡਸ ਕਹਿ ਦਿਓ ਵੀ ਸਮ ਡਿਵਾਈਸਿਸ ਜਿਹੜੀਆਂ ਹੈਗੀਆਂ ਨੇ ਯੂਜ਼ ਕੀਤੀਆਂ ਜਾਂਦੀਆਂ ਨੇ ਤਾਂ ਕਿ ਅਸੀਂ ਇਹਦੀ ਜਿਹੜੀ ਸਟੱਡੀ ਆ ਉਸ ਨੂੰ ਈਜ਼ੀ ਬਣਾ ਸਕੀਏ। ਸੋ ਸਟੂਡੈਂਟਸ, ਜੋ ਬੇਸਿਕਲੀ ਅਸੀਂ ਕਹਿ ਦਿੰਦੇ ਹਾਂ ਮਤਲਬ ਇਹਨਾਂ ਦੀ ਸਟੱਡੀ ਲਿਵਿੰਗ ਆਰਗੈਨਿਜ਼ਮਸ ਦੀ ਜਿਹੜੀ ਹੈਗੀ ਆ ਉਹਨੂੰ ਈਜ਼ੀ ਵੇ ਦੇ ਨਾਲ ਸਟੱਡੀ ਕਰਨ ਦੇ ਲਈ ਦੈਨ ਅਸੀਂ ਕੀ ਕਰਦੇ ਹਾਂ, ਕਲਾਸੀਫਾਈ ਕਰਦੇ ਹਾਂ ਆਰਗੈਨਿਜ਼ਮਸ ਨੂੰ। ਦਸ ਕਲਾਸੀਫਿਕੇਸ਼ਨ ਇਜ਼ the process by which organisms are grouped into categories based on some easily observable characters। so students, क्या है इसमें classification ਜਿਹੜੀ ਹੈਗੀ ਆ is the process by which ਜਿਹਦੇ ਵਿੱਚ ਕੀ ਅਸੀਂ ਕੀ ਕਰਦੇ ਹਾਂ, ਗਰੁੱਪ ਬਣਾ ਲੈਂਦੇ ਹਾਂ ਆਰਗੈਨਿਜ਼ਮਸ ਅਤੇ ਉਹਨਾਂ ਨੂੰ ਕੈਟਾਗਰੀਜ਼ ਵਾਈਜ਼ ਕੀ ਕਰ ਦਿੰਦੇ ਹਾਂ, ਉਹਨਾਂ ਦੇ ਕਰੈਕਟਰਸ ਦੇਖ ਕੇ ਉਹਨਾਂ ਨੂੰ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਰੱਖ ਦਿੱਤਾ ਜਾਂਦਾ ਵਾ। Then ਕੀ ਆ, biological classification is the scientific arrangement of organisms in the hierarchy of groups and subgroups on the basis of similarities and differences in their traits। हाँ जी स्टूडेंट, जी बायोलॉजिकल क्लासीफिकेशन आ, बायोलॉजिकल क्लासीफिकेशन ऑब्वियसली की होएगी, लिविंग ऑर्गेनिजम्स की क्लासीफिकेशन होएगी। दैन ਇਹਦੇ ਵਿੱਚ ਕੀ ਹੈ, ਅਸੀਂ ਕੀ ਆ, ਇਹ ਕੀ ਹੈ ਇੱਕ ਧਿਆਨ ਦਿਓ, ਇਹ ਡੈਫੀਨੇਸ਼ਨ ਵੀ ਆ ਜਾਂਦੀ ਆ ਬਾਇਓਲॉजिकल क्लासीफिकेशन ਦੀ, दैट इज़ द साइंटिफिक अरेंजमेंट ऑफ ऑर्गेनिज्म। साइंटिफिक की है, साइंस के अकॉर्डिंग जिहड़ा हैगी अरेंजमेंट है लिविंग ऑर्गेनिजम्स का इन अ हैरिची ऑफ ग्रुप्स। असी की करते हैं, एक जिहड़ी की आ असी देख लैंदे हैरिची ऑफ ग्रुप्स, मतलब इन्हां दे जिहड़े एंसेस्टर किहड़े सीगे, दैन की आ इन्हां दे ऑफस्प्रिंग्स किहड़े ने, उस अकॉर्डिंग असी लिविंग ऑर्गेनिजम्स दी की बना लैंदे आ,
एक ग्रुप बना लैंदे आ एंड सब ग्रुप्स ऑन द बेसिस ऑफ सिमिलैरिटीज़ एंड डिफरेंसिस इन देयर ट्रेड्स। हाँ जी, उन्होंने जिहड़े ग्रुप ते सब ग्रुप फॉर्म होंदे ने वो किहनूं देख के होंदे ने कि ऑर्गेनिजम्स दीयां जिहड़ियां सिमिलैरिटीज़ ने किहड़े ऑर्गेनिजम्स नाल ने ते उन्हां दे विच डिफरेंसिस की ने ऑर्गेनिजम्स दे विचकार किन्हां दे उन्हां दे करैक्टर्स दैट इज़ द ट्रेड्स। सो स्टूडेंट्स जिहड़े ट्रेड्स ने आल्सो नोन एज उन्हां नूं की बोलिया जांदा है ट्रेड्स भी बोलिया जाता है। असी करैक्टर्स देखते हैं ऑर्गेनिजम्स के विचकार दैन उन्होंने ग्रुप्स के सब ग्रुप्स के विच रखा जाता दैट इज़ नोन एज द बायोलॉजिकल क्लासीफिकेशन। ओके, नैक्सट वन इज़ द एडवांटेजेस ऑफ क्लासीफिकेशन। सो स्टूडेंट्स क्लासीफिकेशन करन असी कहने क्लासीफिकेशन कर दिए तो सानू की है स्टडी जी है ईजी हो जाएगी ऑर्गेनिजम्स की, बट सम एडवांटेजेस हैगियां ने। होर एडवांटेजेस की ने? फस्ट ऑफ ऑल इट हैल्प्स टू आइडेंटिफाई एन ऑर्गेनिज्म ईजिली। असी किसी भी ऑर्गेनिज्म नू आइडेंटिफाई कर सकते हैं इन ईजी वे दे नाल। ओके, न्यू ऑर्गेनिज्म ईजिली गैट करैक्ट प्लेस इन देयर रिस्पैक्टिव ग्रुप्स। नवे जिहड़े ऑर्गेनिजम्स ने वो क्या ईजिली गैट करैक्ट प्लेस इन देयर रिस्पैक्टिव ग्रुप्स। मतलब ਜਦੋਂ ਅਸੀਂ ਕਲਾਸੀਫਾਈ ਕਰ ਦੇਵਾਂਗੇ ऑर्गेनिजम्स ਨੂੰ ਤਾਂ ਅਸੀਂ ਜਿਹੜੇ ਉਹਨਾਂ ਦੇ ਨਾਲ ਮਿਲਦੇ ਜਿਹੜੇ ਉਹਨਾਂ ਦੇ ਗਰੁੱਪਸ ਨੇ ਅਸੀਂ ਉੱਥੇ ਸੈਟਅਪ ਕਰ ਸਕਦੇ ਹਾਂ। दैन सी पोर्शन इट मेक्स स्टडी ऑफ फॉसल ईजी। हाँ जी स्टूडेंट, क्लासीफिकेशन करने दे नाल जिहड़ी फॉसल्स की स्टडी आ वो भी की हो जाती है ईजी हो जाती है। इट आल्सो हैल्प्स इन बिल्डिंग एवोल्यूशनरी पाथवेज। हाँ जी, एक ही एवोल्यूशनरी पाथवे फाइंड आउट करन च जां फॉर्म करन दे विच हैल्प करदा। मीनस जदों कोई जिहड़ा हैगा वा लिविंग ऑर्गेनिज्म सानू मिलदा है न्यू फॉर्म दे विच मिलदा है, दैन असी की करने आ असी देख लैंदे उन्हां दे करैक्टर्स किहदे नाल रिजेंबल करदे सीगे, दैन सानू पता लग जांदा कि इहदे विच एवोल्यूशन होई है जां नहीं होई है। उस अकॉर्डिंग असी उन्हां दे एंसेस्टर बारे जिहड़ी हैगी आ नॉलेज लै सकदे हां। दैन it becomes easy to know the features of whole group while studying one or two organisms of the group. It becomes easy to know, ये जानना बहुत सौखा हो जाता वा कि जिहड़े फीचर्स ने पूरे ग्रुप दे। इत्थे फिर वही गल आ जाती है कि जिहड़ा लिविंग ऑर्गेनिज्म से एंसेस्टर सीगे उन्हां नाल किद्दां रिजेंबल करदा सीगा, वो सारा कुछ जिहड़ी हैगी असीं ऑर्गेनिज्म सी जिहड़ी हैगी क्लासीफिकेशन तो ईजी वे दे नाल सीख सकते हैं। नैक्सट वन इज़ द नॉमनीक्लेचर। हाँ जी स्टूडेंट, साड़ी जी क्लासीफिकेशन सी वो कंप्लीट हो चुकी है। दैन असी की करांगे नॉमनीक्लेचर करांगे। नॉमनीक्लेचर दे विच की है, नॉमनीक्लेचर का मतलब है नेम फॉर्मेशन। असी की करते हैं ये जो सानू असी मतलब फाइंड आउट किया वा लिविंग ऑर्गेनिज्म, दैन उन्होंने क्लासीफिकेशन की, क्लासीफिकेशन आइडेंटिफाई क्लासीफिकेशन एंड क्लासीफिकेशन करन तो बाद असी उहदा की करांगे नॉमनीक्लेचर करांगे। सो स्टूडेंट, नॉमनीक्लेचर इज़ द सिस्टम ऑफ नेमिंग living organism in a way that a particular organism is known by the same name all over the world. Okay, nomenclature करन दा मकसद क्या है? नॉमनीक्लेचर करन दे नाल असी जो भी उन्होंने साइंटिफिक नेम दे देंगे, एक जो पर्टिकुलर किसी ऑर्गेनिज्म नूं असी एक नाम दिता, दैन किया सारे ऑल दा जिहड़ा हैगा होल वर्ल्ड दे विच की होएगा वो पर्टिकुलर नाम वजों वो ऑर्गेनिज्म जानिया जाएगा। इस तरीके नाल मतलब किते भी वर्ल्ड दे विच कोई भी कन्फ्यूजन नहीं क्रिएट होएगी। ओके, सो स्टूडेंट्स असी गल कीती नॉमनीक्लेचर दी। नॉमनीक्लेचर जिहड़ी हैगी दो तरीके नाल होएगी। फस्ट ऑफ ऑल एक कॉमन नेम हुंदा वा, दैन सैकेंड थिंग इज़ द साइंटिफिक नेम। जिहड़ा कॉमन नेम है वो किसी कॉमन जगह के उपर जां कॉमन स्पेस के उपर ही बोलिया जाता है, बट जिहड़ा साइंटिफिक नेम होएगा होल वर्ल्ड के उपर की होएगा वन होएगा। ओके, सो स्टूडेंट फस्ट ऑफ ऑल कॉमन नेम्स की गल करते हैं। कॉमन नेम्स और वर्निकुलर नेम्स आर द लोकल नेम्स गिवन टू एन ऑर्गेनिज्म इन अ स्पैसिफिक लैंगुएज इन अ पर्टिकुलर रीजन। हाँ जी स्टूडेंट्स, ये की है एक पर्टिकुलर रीजन दे असी कह दीए भी पंजाब दे विच जिहड़ा हैगा किसी ऑर्गेनिज्म का नाम कुछ होर है, दैन की आ पंजाब तो बाहर अदर स्टेट्स की गल करिए उत्थे उस ऑर्गेनिजम्स का नाम कोई होर है, तो इस तरीके नाल जिहड़े हैगे ने ओहदे उत्थों दे ही एरियाज़ दे विच ही उसनूं उस नाम नाल बुलाया जांदा है। तो असीं की कह सकते हैं दीज आर द कॉमन नेम्स ऑफ दैट पर्टिकुलर ऑर्गेनिजम्स। ओके, देयर आर डिफरेंट नेम्स ऑफ सेम ऑर्गेनिज्म इन डिफरेंट रीजनस ईवन विद इन अ कंट्री। ओके, एक कंट्री दे विच भी देखो स्टूडेंट्स इत्थे भी वही गल आ गई
ਵਿਦਿਨ ਅ ਕੰਟਰੀ, ਇੱਕ ਕੰਟਰੀ ਦੇ ਵਿੱਚ ਵੀ ਡਿਫਰੈਂਟ ਸਟੇਟਸ ਹੋ ਸਕਦੀਆਂ। ਡਿਫਰੈਂਟ ਸਟੇਟਸ ਦੇ ਵਿੱਚ ਅਸੀਂ ਜਿਹੜੇ ਆਰਗੇਨਿਜ਼ਮਸ, ਇੱਕ ਸਟੇਟ ਦੇ ਵਿੱਚ ਉਸ ਆਰਗੇਨਿਜ਼ਮ ਦਾ ਨਾਮ ਕੀ ਹੋਏਗਾ, ਕੁਛ ਹੋਰ ਹੋਏਗਾ, ਦੈਨ ਅਦਰ ਜਿਹੜੀਆਂ ਅਦਰ ਸਟੇਟਸ ਨੇ ਉੱਥੇ ਕੀ ਹੋਏਗਾ, ਆਰਗੇਨਿਜ਼ਮ ਦਾ ਨੇਮ ਕੁਛ ਹੋਰ ਹੋਏਗਾ। ਸੋ ਇਹ ਕੀ ਹੋਏਗਾ, ਕਾਮਨ ਨੇਮਸ ਦੀ ਗੱਲ ਆ ਗਈ। ਓਕੇ, ਸੋ ਸਾਡੇ ਕੋਲੇ ਸਮ ਐਗਜ਼ੈਂਪਲਸ ਨੇ, ਲਾਈਕ ਰੋਜ਼ ਜੋ ਹੈ ਅਸੀਂ ਜਿਹੜਾ ਹਿੰਦੀ ਦੇ ਵਿੱਚ ਉਹਨੂੰ ਜਿਹੜਾ ਹੈਗਾ ਗੁਲਾਬ ਕਹਿ ਦਿੰਦੇ ਹਾਂ, ਐਂਡ ਬੰਗਾਲੀ ਦੇ ਵਿੱਚ ਉਹਨੂੰ ਗੋਲਪ, ਐਂਡ ਤਾਮਿਲ ਦੇ ਵਿੱਚ ਉਹਨੂੰ ਰਾਜਾ ਪਾਓ ਬੋਲ ਦਿੰਦੇ ਹਾਂ। ਠੀਕ ਆ, ਇੱਦਾਂ ਹੀ ਰਾਜੇ ਜਿਹੜੇ ਡੌਗ ਨੇ, ਕੈਟ ਆ, ਕਾਟਨ ਹੋ ਗਈ, ਜਿੰਜਰ ਹੋ ਗਈ, ਇਸ ਤਰੀਕੇ ਨਾਲ ਵੀ ਇਹਨਾਂ ਦੇ ਕਾਮਨ ਨੇਮਸ ਨੇ, ਅਲੱਗ-ਅਲੱਗ ਜਿਹੜੇ ਹੈਗੇ ਨੇ ਸਟੇਟਸ ਦੇ ਅਕੋਰਡਿੰਗ, ਜਾਂ ਅਸੀਂ ਕਹਿ ਦਿਓ ਵੀ ਜਿਹੜੀ ਹੈਗੀ ਆ ਲੈਂਗੁਏਜ ਦੇ ਅਕੋਰਡਿੰਗ ਜਿਹੜਾ ਹੈਗਾ ਉਹਨਾਂ ਨੂੰ ਅਲੱਗ-ਅਲੱਗ ਕਾਮਨ ਨੇਮ ਦੇ ਵਜੋਂ ਬੁਲਾਇਆ ਜਾਂਦਾ ਹੈ ਜਾਂ ਜਾਣਦੇ ਹਾਂ ਅਸੀਂ। ਓਕੇ, ਸੋ ਸਟੂਡੈਂਟਸ ਇਹ ਤੁਸੀਂ ਦੇਖ ਲੈਣਾ ਇੱਥੇ। ਦੈਨ ਅਸੀਂ ਗੱਲ ਕਰਾਂਗੇ ਐਡਵਾਂਟੇਜਸ ਆਫ ਕਾਮਨ ਨੇਮਸ। ਹਾਂਜੀ ਸਟੂਡੈਂਟਸ, ਇਹਨਾਂ ਦੀਆਂ ਕੁਝ ਐਡਵਾਂਟੇਜਸ ਵੀ ਨੇ ਕਾਮਨ ਨੇਮਸ ਦੀਆਂ, ਉਹ ਦੇਖਦੇ ਹਾਂ ਅਸੀਂ। ਕਾਮਨ ਨੇਮਸ ਆਰ ਈਜ਼ੀ ਟੂ ਪ੍ਰੋਨਾਊਂਸ ਐਂਡ ਆਰ ਸ਼ਾਰਟ, ਫॉर एग्जांपल कैट और बिल्ली। ओके, देखो ध्यान दो राजे, ਅਸੀਂ ਜੋ ਕਾਮਨ ਨੇਮਸ ਕਹਿੰਦੇ ਆ, ਕੈਟ ਹੈ, ਬਿੱਲੀ ਹੈ, ਬਟ ਜਿਹੜਾ ਇਹ ਕਾਮਨ ਨੇਮ ਹੈ ਈਜ਼ੀ ਟੂ ਪ੍ਰੋਨਾਊਂਸ, ਮੀਨਸ ਅਸੀਂ ਆਪਣੀ ਮਦਰ ਲੈਂਗੁਏਜ ਦੇ ਵਿੱਚ ਕਹਿ ਦਿਓ, ਜਾਂ ਅਸੀਂ ਮਤਲਬ ਸਾਨੂੰ ਬਹੁਤ ਈਜ਼ੀ ਤਰੀਕੇ ਨਾਲ ਅਸੀਂ ਇਹਨੂੰ ਕੀ ਕਰ ਸਕਦੇ ਹਾਂ, ਬੋਲ ਸਕਦੇ ਹਾਂ। ਓਕੇ, ਦੀਜ਼ ਆਰ ਦਾ ਕਾਮਨ ਨੇਮਸ ਜਿਹੜੇ ਹੈਗੇ ਨੇ ਕੈਟ ਦੇ। ਓਕੇ, ਪੀਪਲ ਆਰ ਫੈਮੀਲੀਅਰ ਟੂ ਦੀਜ਼ ਨੇਮਸ ਸਿੰਸ ਚਾਈਲਡਹੁੱਡ। ਹਾਂਜੀ ਸਟੂਡੈਂਟਸ, ਜਿਹੜੇ ਪੀਪਲਸ ਨੇ, ਅਸੀਂ ਕਹਿੰਦੇ ਹਾਂ ਸੌਰੀ ਨਾਟ ਪੀਪਲ, ਪੀਪਲ ਆਰ ਫੈਮੀਲੀਅਰ ਟੂ ਦੀਜ਼ ਨੇਮਸ, ਇਹਦੇ ਵਿੱਚ ਕੀ ਹੈ, ਚਾਈਲਡਹੁੱਡ ਤੋਂ ਹੀ ਜਿਹੜੇ ਹੈਗੇ ਨੇ ਪੀਪਲ ਨੇ ਉਹ ਕੀ ਹੋ ਜਾਂਦੇ ਨੇ, ਫੈਮੀਲੀਅਰ ਹੋ ਜਾਂਦੇ ਨੇ ਉਸ ਪਰਟੀਕੂਲਰ ਆਰਗੇਨਿਜ਼ਮ ਦੇ ਨੇਮ ਨੂੰ ਪ੍ਰੋਨਾਊਂਸ ਕਰਨ ਦੇ ਲਈ। ਓਕੇ, ਦੇ ਆਰ based on some features of organisms, for example ਜਿਵੇਂ ਅਸੀਂ ਕ੍ਰੋ ਦੀ ਗੱਲ ਕਰਦੇ ਹਾਂ। ਠੀਕ ਆ, ਕ੍ਰੋ ਕੀ ਕਹਿੰਦਾ, ਮਤਲਬ ਉਹਦੀ ਜਿਹੜੀ ਸਾਊਂਡ ਆ ਕਾਂ ਕਾਂ ਆਉਂਦੀ ਆ, ਇਹਦਾ ਮਤਲਬ ਜਿਹੜਾ ਹੈਗਾ ਆਰਗੇਨਿਜ਼ਮ ਨੂੰ ਜਿਹੜਾ ਕਾਮਨ ਨੇਮ, ਮਤਲਬ ਪਰਟੀਕੂਲਰ ਕਾਮਨ ਨੇਮ, ਉਹਨੂੰ ਉਸ ਦਾ ਨਾਮ ਕੀ ਰੱਖ ਦਿੱਤਾ ਜਾਂਦਾ ਵਾ, ਕਾਂ। ਐਟ ਮੀਨਸ ਇਹ ਉਹਦੇ ਫੀਚਰਸ ਦੇ ਬੇਸਡ ਹੋ ਗਿਆ, ਮੀਨਸ ਉਹਦੀ ਆਵਾਜ਼ ਜਿਹੜੀ ਹੈਗੀ ਆ ਕਾਂ ਕਾਂ ਦੀ ਹੈ, ਇਸ ਕਰਕੇ ਉਸ ਨੂੰ ਜਿਹੜਾ ਹੈਗਾ ਕਾਮਨ ਨੇਮ ਕੀ ਦਿੱਤਾ ਗਿਆ ਵਾ, ਕਾਂ। ਓਕੇ, ਇਸ ਦੇ ਨਾਲ ਹੀ ਇਹਦੀਆਂ ਸਮ ਡਿਸਐਡਵਾਂਟੇਜਸ ਵੀ ਹੈ। ਸੋ ਸਟੂਡੈਂਟਸ, ਫਸਟ ਆਫ ਆਲ ਦਾ ਆਰਗੇਨਿਜ਼ਮਸ ਜਿਹੜੇ ਹੈਗੇ ਨੇ cannot be named by this method as there are organisms of different size and shapes. Okay, ਹਾਂਜੀ ਸਟੂਡੈਂਟਸ, ਅਸੀਂ ਆਰਗੇਨਿਜ਼ਮਸ ਜਿਹੜੇ ਹੈਗੇ ਨੇ ਕੈਨ ਨਾਟ ਬੀ ਨੇਮਡ, ਅਸੀਂ ਉਸ ਨੂੰ ਨੇਮ ਨਹੀਂ ਕਰ ਸਕਦੇ, ਉਸਦੇ ਸ਼ੇਪ ਅਤੇ ਸਾਈਜ਼ ਦੇ ਅਕੋਰਡਿੰਗ ਉਹਦਾ ਨਾਮ ਨਹੀਂ ਰੱਖ ਸਕਦੇ। ਤਾਂ ਕੀ ਹੋ ਗਿਆ, ਇਹ ਕੀ ਹੋ ਗਈ, ਉਹਦੀ ਡਿਸਐਡਵਾਂਟੇਜ ਹੋ ਗਈ। ਫॉर एग्जांपल ਮਾਈਕਰੋਬਸ ਨੂੰ ਜਿਹੜੇ ਹੈਗੇ ਨੇ ਅਸੀਂ ਉਹਨਾਂ ਦੇ ਜਿਹੜੇ ਸਾਈਜ਼ ਦੇ ਅਕੋਰਡਿੰਗ ਉਹਦਾ ਨਾਮ ਨਹੀਂ ਰੱਖ ਸਕਦੇ। ਐਂਡ ਆਰਗੇਨਿਜ਼ਮਸ ਮੇ ਹੈਵ ਸੈਵਰਲ ਨੇਮਸ ਇਨ ਅ ਗਿਵਨ ਲੈਂਗੁਏਜ। ਹਾਂਜੀ ਸਟੂਡੈਂਟਸ, ਅਸੀਂ ਕਹਿ ਦਿੰਦੇ ਹਾਂ, ਦੇਖੋ ਹੁਣ ਮੈਂ ਪਹਿਲਾਂ ਹੀ ਗੱਲ ਕਰ ਚੁੱਕੀ ਹਾਂ, ਕੁੱਤੇ ਦੇ ਨਾਮ ਜਿਹੜੇ ਹੈਗੇ, ਸੌਰੀ ਡੌਗ ਜਿਹੜਾ ਹੋ ਗਿਆ, ਕੈਟ ਹੋ ਗਈ, ਐਂਡ ਅਨਦਰ ਥਿੰਗਸ ਆਲਸੋ ਹੈਵਿੰਗ ਨੰਬਰ ਆਫ ਜਿਹੜੇ ਕਾਮਨ ਨੇਮਸ ਨੇ। ਫॉर एग्जांपल ਦੇ ਤੌਰ 'ਤੇ ਇਹ ਜਿਹੜਾ ਹੈਗਾ 8 ਹਿੰਦੀ ਨੇਮਸ ਆਫ ਪ੍ਰਿਕੀ, ਪੋਪੀ ਐਂਡ ਵਾਟਰ ਲਿਲੀ ਹੈਜ਼ 15 ਇੰਗਲਿਸ਼ ਨੇਮਸ। ਓਕੇ, ਜਿਹੜੇ ਇਹ ਦੋ ਉਹਨਾਂ ਨੇ ਪਲਾਂਟਸ ਦੇ ਨਾਮ ਦਿੱਤੇ ਨੇ, ਇਹਨਾਂ ਦੇ ਦੇਖੋ 8 ਹਿੰਦੀ ਦੇ ਨੇਮਸ ਨੇ ਅਤੇ ਜਿਹੜੇ 15 ਇੰਗਲਿਸ਼ ਦੇ ਨਾਮ ਨੇ। ਐਟ ਮੀਨਸ ਬਹੁਤ ਸਾਰਾ ਕਨਫਿਊਜ਼ਨ ਹੋ ਜਾਂਦਾ ਵਾ, ਇਸ ਲਈ ਜਿਹੜਾ ਹੈਗਾ ਵਾ ਜਿਹੜੇ ਕਾਮਨ ਨੇਮਸ ਨੇ ਇੰਨੇ ਵਧੀਆ ਨਹੀਂ ਮੰਨੇ ਜਾਂਦੇ। ਓਕੇ ਸਟੂਡੈਂਟਸ।